ਹਰ ਮਨੁੱਖ ਦਾ ਆਪਣਾ ਇਸ਼ਟ ਹੁੰਦਾ ਹੈ। ਇਸ਼ਟ ਦੇ ਰਾਹੀਂ ਉਹ ਖੁਦਾ ਤੱਕ ਪਹੁੰਚਦਾ ਹੈ, ਇਸ਼ਟ ਦੇ ਰਾਹੀਂ ਉਹ ਭਗਵਾਨ ਤੱਕ ਪਹੁੰਚਦਾ ਹੈ। ਫਿਰ ਮੈਂ ਦੁਹਰਾਦੇ ਹਾਂ, ਅਹਿਲੇ ਇਸਲਾਮ ਦਾ ਇਸ਼ਟ ਹੈ ਮੁਹੰਮਦ ਸਾਹਿਬ। ਸਮੂਹ ਈਸਾਈ ਜਗਤ ਦੇ ਇਸ਼ਟ ਨੇ ਹਜ਼ਰਤ ਈਸਾ। ਸਮੂਹ ਪਾਰਸੀ ਜਗਤ ਦਾ ਇਸ਼ਟ ਹੈ ਜ਼ਰਦਰਸਤ। ਔਰ ਸਾਰੇ ਯਹੂਦੀਆਂ ਦਾ ਇਸ਼ਟ ਹੈ ਹਜ਼ਰਤ ਮੂਸਾ। ਹਿੰਦੂ ਚੂੰਕਿ ਧਾਰਮਿਕ ਤੌਰ 'ਤੇ ਬਹੁਤ ਵੰਡੇ ਹੋਏ ਨੇ, ਤਾਂ ਕਿਸੇ ਦਾ ਇਸ਼ਟ ਰਾਮ ਹੈ, ਕਿਸੇ ਦਾ ਕ੍ਰਿਸ਼ਨ ਹੈ, ਕਿਸੇ ਦਾ ਮਹਾਦੇਵ ਹੈ, ਕਿਸੇ ਦਾ ਵਿਸ਼ਨੂੰ ਹੈ, ਕਿਸੇ ਦੀ ਕਾਲੀ ਦੇਵੀ ਹੈ, ਕਿਸੇ ਦੀ ਵੈਸ਼ਨੋ ਦੇਵੀ ਹੈ। ਗਰਜ਼ ਕੇ ਬਹੁਤ ਸਾਰੇ ਇਹਨਾਂ ਦੇ ਇਸ਼ਟ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਇਸ਼ਟ ਨਹੀਂ ਹੈ। ਕਵੀ ਤੁਲਸੀ ਜਦ ਮਥੁਰਾ ਦੇ 'ਚ ਆਏ ਨਾ, ਭਗਤ ਸਨ, ਬੜੇ ਵੱਡੇ, ਜਗ੍ਹਾ ਜਗ੍ਹਾ ਕਥਾ ਕਰਦੇ ਸਨ ਆਪਣੇ ਜ਼ਮਾਨੇ 'ਚ। ਉਸ ਗ੍ਰੰਥ ਦੀ ਕਥਾ ਕਰਦੇ ਨੇ ਸਨ ਜਿਸ ਨੂੰ ਉਹਨਾਂ ਨੇ ਖੁਦ ਲਿਖਿਆ ਸੀ, ਰਾਮਾਇਣ। ਇਹ ਉਹਨਾਂ ਦਾ ਲਿਖਿਆ ਹੋਇਆ ਹੈ। ਰਾਮ ਦਾ ਅਗਰ ਬਹੁਤ ਵੱਡਾ ਪ੍ਰਚਾਰ ਹੋਇਆ ਭਾਰਤ ਦੇ 'ਚ, ਤੇ ਤੁਲਸੀ ਦੇ ਰਾਹੀਂ ਹੋਇਆ। ਜਗ੍ਹਾ ਜਗ੍ਹਾ ਉਸਨੇ ਆਪਣੀ ਰਚੀ ਹੋਈ, ਆਪਣੀ ਲਿਖੀ ਹੋਈ ਰਾਮਾਇਣ ਦੀ ਕਥਾ ਕੀਤੀ, ਲੋਕਾਂ ਦੇ ਹਿਰਦਿਆਂ ਨੂੰ ਰਾਮ ਨਾਲ ਜੋੜਿਆ। ਉਹ ਜਦ ਮਥੁਰਾ ਦੇ 'ਚ ਆਇਆ ਤਾਂ ਮਥੁਰਾ ਦੇ ਸਾਰੇ ਮੰਦਰ ਕ੍ਰਿਸ਼ਨ ਦੇ ਨੇ, ਇਤਿਹਾਸਕ, ਰਾਮ ਦੇ ਮੰਦਰ ਨਹੀਂ ਨੇ। ਦੁਆਰਕਾਧੀਸ਼ ਮੰਦਰ ਦੇ 'ਚ ਉਸਨੇ ਕਥਾ ਕਰਨੀ ਸੀ, ਤੇ ਮੰਦਰ ਦੇ 'ਚ ਮੂਰਤੀ ਸ੍ਰੀ ਕ੍ਰਿਸ਼ਨ ਦੀ, ਮੁਰਲੀ ਹੱਥ 'ਚ ਨੱਚ ਰਿਹਾ ਨਾਲ ਰਾਧਾ। ਤੁਲਸੀ ਆਏ ਨੇ, ਮੱਥਾ ਨਹੀਂ ਟੇਕਿਆ। ਪੁਜਾਰੀ ਨੇ ਇਤਰਾਜ਼ ਕੀਤਾ, ਜਗ੍ਹਾ ਜਗ੍ਹਾ ਕਥਾ ਕਰਦੇ ਹੋ, ਸਾਰੇ ਭਾਰਤ ਦਾ ਭਰਮਣ ਕਰਦੇ ਹੋ, ਬਹੁਤ ਵੱਡੇ ਗਿਆਨੀ ਕਹਿਲਾਂਦੇ ਹੋ, ਭਗਤ ਕਹਿਲਾਂਦੇ ਹੋ, ਤੇ ਹੰਕਾਰ ਇਤਨਾ ਹੋ ਗਿਆ ਤੁਸੀਂ ਸਿਰ ਨਹੀਂ ਝੁਕਾਇਆ, ਮੱਥਾ ਨਹੀਂ ਟੇਕਿਆ। ਪਤਾ ਉੱਥੇ ਤੁਲਸੀ ਨੇ ਕੀ ਕਿਹਾ, ਕਿਉਂਕਿ ਕਵੀ ਤੇ ਸਨ। ਕਹਿੰਦੇ ਨੇ, ਕੈਸੀ ਸੁੰਦਰ ਛਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤਉ ਨਿਵੇਂ ਜੋ ਧਨਸ਼ਵਾਨ ਹੋਏ ਹਾਥ। ਮੈਂ ਉਹਦੇ ਅੱਗੋਂ ਝੁਕ ਸਕਦਾ ਜਿਹਦੇ ਕੋਲ ਧਨਸ਼ਵਾਨ ਹੈ, ਇਹਦੇ ਕੋਲ ਤੇ ਮੁਰਲੀ ਹੈ। ਮੈਂ ਮੁਰਲੀਧਰ ਦਾ ਪੁਜਾਰੀ ਨਹੀਂ ਹਾਂ, ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ। ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਹਾਂ, ਮੈਂ ਰਾਮ ਦਾ ਪੁਜਾਰੀ ਹਾਂ। ਮੇਰਾ ਇਸ਼ਟ ਕ੍ਰਿਸ਼ਨ ਨਹੀਂ ਹੈ, ਮੇਰਾ ਇਸ਼ਟ ਰਾਮ ਹੈ। ਇੰਨਾ ਵੱਡਾ ਭਗਤ, ਇਤਨਾ ਵੱਡਾ ਗਿਆਨੀ ਵੀ ਐਸਾ ਕਹਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਾਥਾ ਨਾਮਕ ਬਾਣੀ ਦੇ ਵਿੱਚ ਦੱਸਿਆ ਹੈ, ਅਗਰ ਕੋਈ ਪਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਤਾਂ ਰੁਕਾਵਟ ਮਾਇਆ ਹੈ, ਦੀਵਾਰ ਮਾਇਆ ਹੈ, ਜਿਸ ਨੇ ਮਨੁੱਖ ਨੂੰ ਪਰਮਾਤਮਾ ਤੱਕ ਨਹੀਂ ਪਹੁੰਚਣ ਦਿੱਤਾ। ਤਾਂ ਫਿਰ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪੁੱਛੀਏ, ਮਹਾਰਾਜ ਮਾਇਆ ਕੀ ਆਉਂਦੀ ਹੈ? ਬੜੇ ਧਿਆਨ ਨਾਲ ਸੁਣਨਾ ਇਹਨਾਂ ਪੰਕਤੀਆਂ ਨੂੰ। ਮਾਇਆ ਚਿੱਤ ਭਰਮੇਣ, ਮਨੁੱਖ ਦੇ ਮਨ ਨੂੰ ਮਾਇਆ ਐਸਾ ਭਰਮਾ ਕੇ ਰੱਖ ਦਿੰਦੀ ਹੈ, ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਪਰ ਮਹਾਰਾਜ ਦੱਸੋ ਤੇ ਸਹੀ ਮਾਇਆ ਦਾ ਰੂਪ। ਮਾਇਆ ਚਿੱਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ। ਪਹਿਲੇ ਮਾਇਆ ਦਾ ਰੂਪ ਦੱਸਿਆ ਇਸ਼ਟ। ਅਗਰ ਮਨੁੱਖ ਰਾਮ ਤੱਕ ਹੀ ਰੁਕ ਗਿਆ, ਭਗਵਾਨ ਤੱਕ ਨਹੀਂ ਪਹੁੰਚਿਆ, ਤਾਂ ਰਾਮ ਮਾਇਆ ਬਣ ਗਿਆ। ਪੰਕਤੀਆਂ ਫਿਰ ਸਰਵਨ ਕਰੋ। ਮਾਇਆ ਚਿੱਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ। ਅਗਰ ਇਹ ਹੀ ਇਸ ਹਜ਼ਰਤ ਈਸਾ ਨਾਲ ਤੇ ਪਿਆਰ ਪਾ ਬੈਠਾ ਹੈ, ਉੱਥੇ ਰੁਕ ਗਿਆ, ਪ੍ਰਭੂ ਤੱਕ ਨਹੀਂ ਪਹੁੰਚਿਆ, ਤਾਂ ਹਜ਼ਰਤ ਈਸਾ ਮਾਇਆ। ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ। ਇਸ ਵਾਸਤੇ ਸਾਨੂੰ ਸ਼ਬਦ ਨਾਲ ਜੋੜਿਆ ਗਿਆ। ਕਿਹੜੇ ਸ਼ਬਦ ਨਾਲ ਜੋੜਿਆ ਗਿਆ? ਜੋ ਪਰਮਾਤਮਾ ਤੋਂ ਆਇਆ ਹੈ। ਪਰਮਾਤਮਾ ਨਾਲ ਜੁੜ ਸਕਦੇ ਹਾਂ ਅਸੀਂ ਪਰਮਾਤਮਾ ਦੇ ਬੋਲ ਕਰਕੇ, ਕਿਸੇ ਹੋਰ ਬੋਲ ਕਰਕੇ ਨਹੀਂ। ਤੋ ਪੁੱਛ ਲਓ ਗੁਰੂ ਨਾਨਕ ਨੂੰ, ਇਹ ਤੁਹਾਡੇ ਬੋਲ ਨੇ? ਕਹਿੰਦੇ ਨਹੀਂ, ਇਹ ਤੇ ਜੈਸੇ ਮੈਂ ਆਵੇ ਕਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾਰੋ। ਇਹ ਤੇ ਜੈਸੇ ਖਸਮ ਤੋਂ ਬੋਲ ਆਏ ਨੇ, ਮੈਂ ਕਹਿ ਦਿੱਤੇ ਨੇ। ਹੋ ਆਪੋਂ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ।
मैं इस तरह के बोल बोलना जानता ही नहीं। जो प्रभु का हुक्म आया कह दिता है। यही कुछ गुरु गोबिंद सिंह जी महाराज कहते हैं, जो निज प्रभु मोह सो कहा सो कहो जग माए। जो कुछ मैनू प्रभु ने कहा मैं कह दिता है जगत नूं, मेरे अपने बोल नहीं। क्यों? ऐसे पुरुषों का, महापुरुषों का मन अपना चुप कर जाता है। उन्हों की आत्मा बोलती, आत्मा दे बोल परमात्मा दे बोल ने। जैसे में आवे खसम की बाणी, तैसड़ा करी ज्ञान वे ला लो। 400 साल धन गुरु ग्रंथ साहब जी महाराज का जब प्रकाश उत्सव मनाया गया ਅੰਮ੍ਰਿਤਸਰ ਦੇ ਵਿੱਚ, इतिहासिक इकट्ठ होया, कहते 44 ਲੱਖ के करीब इकट्ठ होया। ਅੰਮ੍ਰਿਤਸਰ की हर गली पैक सी। इंदौर तो 3 सज्जणा ने मैनू कहा बई 2 कमरे साडे लई जरूर रखना। मैं रखे, पर वो रेलवे स्टेशन तो थोड़ा जिहा अगे निकल के मैनू फोन करन लगे, कहने ज्ञानी जी पहुँचीए किवें? भीड़, रस्ते 'ਚ सारे जाम ने, कारां नाल मोटरां नाल जाम ने, नहीं बंदियां नाल जाम ने, मनुखां नाल जाम। हर गली पैक होई पई है मनुख। मैं कहा जब तुसीं इत्थे तक नहीं आ सकते तो मैं भी हुण तुहानूं लैण वास्ते उत्थे तक नहीं जा सकता। मैं कहा जब मैं स्टेज ते पहुँचदा मैनूं पुलिस पहुँचाती है, वो रस्ता बनाती है। मेरे लिए स्टेज ते जाना भी औखा हुंदा है। न्यू अमृतसर दे 22 ਲੱਖ सज्जणा का इकट्ठ होया, कितनी दूर तक बस लोगों के सिर ही सिर सन। स्टेज तक मैं अपने ठिकाने तो स्टेज तक मैं पहुँचा 2 घंटिया। इतना इकट्ठ। धन गुरु ग्रंथ साहब जी महाराज के प्रकाश उत्सव ते बोलण वास्ते आए सन दलाई लामा जी। हिंदू जगत के इस वक्त सब तो वड्डे वक्ता विद्वान गिणे जाण वाले रवि शंकर, वो भी आए। और इसे तरीके दे नाल इस्लामी जगत के हज़रत निज़ामुद्दीन की जिहड़ी दरगाह है दिल्ली दे विच, उसके जिहड़े वड्डे जो मजौर ने, जिसनों असीं पुजारी कह देंगे हैं, साडे विच ग्रंथी साहब कह देंगे ने, उन्हां च मजौर कह देंगे ने। उस दरगाह के जिहड़े वड्डे मजौर ने गालबन 90 साल के नेड़े सन, बड़े बजुर्ग सन, वो भी आए। 15-15, 20-20 मिनट का सारिਆਂ ਦਾ टाइम सी, क्योंकि हर मजहब के चोटी के बंदे आए हुए सन। दलाई लामा चूँकि तिब्बती भाषा विच बोले, मेरे पल्ले कुछ नहीं पिया। भावें उन्हां कोल इंटरप्रेटर है सी, वो हिंदी च बोलदा सी, पर टुटी फुटी हिंदी सी, पल्ले नहीं कुछ पैंदा सी। रवि शंकर ते एक विद्वान सज्जन सन। रह गई गल हज़रत निज़ामुद्दीन औलिया दी दरगाह दे मजौर, ये उर्दू दे च बोले, बड़े साफ लफ्ज़ां दे च। उन्होंने जो कुछ उर्दू दे च आखे मैं थोनों पंजाबी दे सुनावा। कहने लगे जिस दिन सारी दुनिया सियाणी हो गई ना धार्मिक तौर पर, उस दिन दुनिया दे धार्मिक ग्रंथ एको ही होवेगा, और उस ग्रंथ का नाम होवेगा धन गुरु ग्रंथ साहब। ये उस दरगाह का मजौर कहता है। क्यों कहता? संसार शब्द तो आया है, शब्द की पूजा निरंकार की पूजा है, खुदा की पूजा है। और उन्हें कहा, उहदे अल्फाज जो लखां दे इकट्ठ दे च उसने कहा भी कुरान शरीफ कहती है, खुदा दे अंदरों आवाज़ उठी जो निराकार है, हो जा तो जगत हो गया, उहदे बोल तो होया, उहदे शब्द तो होया। गुरबाणी कहती है, कीता पसाओ एको कवाओ तिस्ते होए लख दरियाओ। एक कवाओ तो एक बोल तो जिंदगी दे लखां दरिया चल पे। ते जिंदगी दा दरिया सूरज मनिया जाता है। पता नहीं अरबां खरबां सूरज प्रगट हो गए।
ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ। ਲੰਬਾ ਚੌੜਾ ਖੁਲਾਸਾ ਗੁਰਬਾਣੀ ਦੇ 'ਚ ਹੈ। ਇਹ ਵਿਚਾਰ ਨਿਜ਼ਾਮੁਦੀਨ ਔਲੀਆ ਦਰਗਾਹ ਦੇ ਮੁਖੀ ਮਜੌਰ ਨੇ ਕਹੇ। ਕਹਿਣ ਲੱਗੇ ਜੇ ਦੁਨੀਆ ਸਿਆਣੀ ਨਹੀਂ ਹੈ, ਜਿਸ ਦਿਨ ਸਿਆਣੀ ਹੋਈ ਇੱਕੋ ਹੀ ਧਾਰਮਿਕ ਗ੍ਰੰਥ ਹੋਵੇਗਾ ਸਾਰੀ ਦੁਨੀਆ ਦੇ, ਉਹ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਅਲਫਾਜ਼ ਮੈਂ ਸੁਣ ਕੇ ਹੈਰਾਨ ਹੋਇਆ। ਇੱਕ ਮੁਸਲਿਮ ਵਕਤਾ ਐਸਾ ਕਹਿੰਦਾ, ਉਹਨੂੰ ਇਹ ਸੱਚਾਈ ਜੋ ਹੈ ਦਿਸੀ। ਬਦਕਿਸਮਤੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾ ਖੁਦ ਸੁਣ ਸਕੇ ਨਾ ਜਗਤ ਨੂੰ ਸੁਣਾ ਸਕੇ। ਇਹ ਵੀ ਮੈਂ ਅਰਜ਼ ਕਰਦਾ। ਇਕਬਾਲ ਨੇ ਇੱਕ ਗੱਲ ਕਹੀ ਸੀ ਮੌਕੇ ਸਿਰ, ਬਹੁਤ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ, ਹਮੇ ਸੋ ਗਏ ਦਾਸਤਾਂ ਕਹਿਤੇ ਕਹਿਤੇ। ਲੋਕੀ ਤੇ ਜਾਣਨਾ ਚਾਹੁੰਦੇ ਸਨ ਗੁਰੂ ਗ੍ਰੰਥ ਸਾਹਿਬ ਦੇ 'ਚ ਕੀ ਹੈ, ਅਸੀਂ ਦੱਸਣ ਵਾਲੇ ਹੀ ਸੌ ਗਏ, ਗਫਲਤ ਦੇ ਚਲੇ ਗਏ। ਨਾ ਖੁਦ ਸਮਝ ਸਕੇ ਨਾ ਜਗਤ ਨੂੰ ਸਮਝਾ ਸਕੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਅਗਰ ਇਸ਼ਟ ਨੇ ਪਰਮਾਤਮਾ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ ਤਾਂ ਇਸ਼ਟ ਵੀ ਮਾਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਗੁਰੂ ਨਾਨਕ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ। ਤੁਸੀਂ ਇਹ ਲੱਭਣਾ ਚਾਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ, ਨਹੀਂ ਲਿਖਿਆ। ਉਹਨਾਂ ਦੇ ਮਾਤਾ ਪਿਤਾ ਕੌਣ ਸਨ, ਨਹੀਂ ਲਿਖਿਆ। ਉਹਨਾਂ ਦੀ ਪਤਨੀ ਦਾ ਕੀ ਨਾਂ ਸੀ, ਉਹਨਾਂ ਦੇ ਬੱਚੇ ਕਿਤਨੇ ਸਨ, ਨਹੀਂ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ 'ਚ ਕੇਵਲ ਪ੍ਰਮਾਤਮਾ ਦੀ ਵਿਚਾਰ ਹੈ, ਨਿਰੋਲ ਨਿਰੰਕਾਰ ਦੀ ਵਿਚਾਰ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਮੱਥਾ ਟੇਕਿਆ ਹੋਇਆ, ਪਰਮਾਤਮਾ ਨੂੰ ਮੱਥਾ ਟੇਕਿਆ। ਈਸ਼ਵਰ ਦੀ ਗੱਲ, ਈਸ਼ਵਰ ਨਾਲ ਮਨੁੱਖ ਜੁੜ ਸਕਦਾ ਹੈ ਈਸ਼ਵਰ ਦੇ ਬੋਲ ਕਰਕੇ, ਔਰ ਕਿਸੇ ਦੇ ਬੋਲ ਕਰਕੇ ਨਹੀਂ। ਮਹਾਰਾਜ ਕਹਿੰਦੇ ਨੇ, ਮਾਇਆ ਚਿੱਤ ਭਰਮੈਨ। ਮਾਇਆ ਮਨੁੱਖ ਨੂੰ ਭਰਮਾ ਕੇ ਰੱਖ ਦਿੰਦੀ ਹੈ। ਤੋ ਪ੍ਰਸ਼ਨ ਪੈਦਾ ਹੁੰਦਾ ਹੈ, ਮਾਇਆ ਕੀ? ਇਸ਼ਟ ਮਿੱਤਰ ਏਕ ਬਾਂਧਵੇ। ਪਹਿਲਾਂ ਤਾਂ ਇਸ਼ਟ ਨੂੰ ਮਾਇਆ ਦਾ ਰੂਪ ਦੱਸ ਦਿੱਤਾ ਹੈ। ਅਗਰ ਰਾਮ ਨੇ ਵੀ ਭਗਵਾਨ ਤੱਕ ਨਹੀਂ ਪਹੁੰਚਣ ਦਿੱਤਾ ਤੇ ਮਨੁੱਖ ਰਾਮ ਨੂੰ ਹੀ ਭਗਵਾਨ ਕਹਿ ਬੈਠਾ ਹੈ, ਤੋ ਇਹ ਰਾਮ ਵੀ ਮਾਇਆ ਹੋ ਗਏ। ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ। ਇਸ ਵਾਸਤੇ ਐਲਾਨੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ, ਜੋ ਹਮ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕ ਕੁੰਡ में भर। जो मेरे तक ही रुक जाएगा कुंभी नरक देख जाएगा। जो हमको परमेश्वर उचरहे ते सब नरक कुंड में परे। फिर तुसी कौन हो? मोको दास तवन का जानो, यह में भेद न रंच पछानो। मैं हूँ परम पुरख को दासा, देखन आयो जगत तमास। मैं तो उसका निमाणा सेवक हाँ, ਉਹਦਾ ਦਾਸ ਹਾਂ। ਮਾਇਆ ਚਿਤ ਭਰਮੈਣ ਇਸ਼ਟ ਮਿਤਰੇਕ। ਅਗਰ ਮਿੱਤਰ ਕਰਕੇ, ਪਰਿਵਾਰ ਕਰਕੇ ਨਿਰੰਕਾਰ ਭੁੱਲ ਗਏ ਤਾਂ ਪਰਿਵਾਰ ਵੀ ਮਾਇਆ ਹੈ, ਮਿੱਤਰ ਵੀ ਮਾਇਆ ਹੈ, ਪੁੱਤਰ ਵੀ ਮਾਇਆ, ਇਸ਼ਟ ਵੀ ਮਾਇਆ ਹੈ। ਕਿਸੇ ਲਈ ਇਸ਼ਟ ਮਾਇਆ ਬਣ ਗਿਆ, ਕਿਸੇ ਲਈ ਪਰਿਵਾਰ ਮਾਇਆ ਬਣ ਗਿਆ, ਪਤੀ ਮਾਇਆ ਬਣ ਗਿਆ, ਪਤਨੀ ਮਾਇਆ ਬਣ ਗਈ, ਪੁੱਤਰ ਮਾਇਆ ਬਣ ਗਿਆ, ਧਨ ਸੰਪਦਾ ਮਾਇਆ ਬਣ ਗਈ। ਜੇ ਪਰਮਾਤਮਾ ਦੇ ਅਨੇਕਾਂ ਰੂਪ ਨੇ, ਅਨੇਕ ਰੂਪ ਤੇਰੇ ਨਾਰਾਇਣਾ, ਤਾਂ ਮਾਇਆ ਦੇ ਵੀ ਬੜੇ ਰੂਪ ਨੇ। ਤੇ ਮਾਇਆ ਦਾ ਵੱਡਾ ਰੂਪ ਮਹਾਰਾਜ ਬਿਆਨ ਪਏ ਕਰਦੇ ਨੇ, ਇਸ਼ਟ। ਇਹ ਸੋਚਣ ਵਾਲੀ ਗੱਲ ਹੈ। ਇਸ਼ਟ ਮਾਇਆ ਹੈ। ਅਗਰ ਮਨੁੱਖ ਦੀ ਸ਼ਰਧਾ, ਮਨੁੱਖ ਦਾ ਗਿਆਨ ਇਸ਼ਟ ਤੇ ਰੁਕ ਗਿਆ, ਉਸ ਤੋਂ ਅੱਗੇ ਨਹੀਂ ਜਾ ਰਿਹਾ। ਰਾਮ ਦੇ ਇਤਿਹਾਸ ਦਾ ਸਭ ਕੁਝ ਪਤਾ ਹੈ, ਭਗਵਾਨ ਦਾ ਕੱਖ ਵੀ ਨਹੀਂ ਪਤਾ। ਸ੍ਰੀ ਕ੍ਰਿਸ਼ਨ ਬਾਰੇ ਤੇ ਸਭ ਕੁਝ ਜਾਣਦਾ ਹੈ, ਪਰਮਾਤਮਾ ਬਾਰੇ ਕੁਝ ਵੀ ਨਹੀਂ ਜਾਣਦਾ। ਮੁਹੰਮਦ ਸਾਹਿਬ ਦੇ ਜਨਮ ਤੋਂ ਲੈ ਕੇ ਅੰਤ ਸਮੇਂ ਦੀ ਕਥਾ ਦਾ ਇਸ ਨੂੰ ਪਤਾ ਹੈ, ਖੁਦਾ ਬਾਰੇ ਕੁਝ ਵੀ ਨਹੀਂ ਜਾਣਦਾ। ਤੋ ਇਸ਼ਟ ਮਾਇਆ ਹੋ ਗਿਆ। ਮੈਂ ਪੰਕਤੀਆਂ ਫਿਰ ਦੁਹਰਾਵਾਂ। ਗਾਥਾ ਮਹੱਲਾ ਪੰਜਵਾਂ। ਇਹ ਮੈਨੂੰ ਨਹੀਂ ਪਤਾ ਤੁਹਾਡੀ ਧਾਰਮਿਕ ਮਾਨਸਿਕ ਸਟੇਜ ਕੀ ਹੈ, ਕਿਉਂਕਿ ਹਰ ਸ਼ਹਿਰ ਦੀ ਮੈਂ ਪਹਿਲੇ ਅਰਜ਼ ਕਰ ਚੁੱਕੇ ਹਾਂ, ਮਾਨਸਿਕ ਮੰਡਲ ਹਰ ਸ਼ਹਿਰ ਦਾ ਅਲੱਗ ਅਲੱਗ ਹੁੰਦਾ ਹੈ। ਅਤੇ ਚਲੋ ਇਹ ਦੋ ਲਫ਼ਜ਼ ਮੈਂ ਫਿਰ ਦੁਹਰਾ ਦੇਵਾਂ। ਹਰ ਸ਼ਹਿਰ ਦੇ ਚੋਟੀ ਦੇ ਰਾਜਨੀਤਿਕ ਹੁੰਦੇ ਨੇ,
ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਵੀ ਹੁੰਦੇ ਨੇ, ਹਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਵਪਾਰੀ ਵੀ ਹੁੰਦੇ ਨੇ, ਹਰ ਸ਼ਹਿਰ ਦੇ ਸਾਇੰਟਿਸਟ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਇੰਜੀਨੀਅਰ ਹੁੰਦੇ ਨੇ, ਹਰ ਸ਼ਹਿਰ ਦੇ ਵਿੱਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਹੁੰਦੇ ਨੇ। ਹਰ ਸ਼ਹਿਰ ਦੇ ਵਿੱਚ ਸੰਤ ਨਹੀਂ ਹੁੰਦਾ, ਹਰ ਸ਼ਹਿਰ ਦੇ ਵਿੱਚ ਭਗਤ ਨਹੀਂ ਹੁੰਦਾ, ਨਹੀਂ ਹੁੰਦਾ। ਚੋਟੀ ਦਾ ਸਾਇੰਟਿਸਟ ਬਣ ਜਾਣਾ, ਵਪਾਰੀ ਬਣ ਜਾਣਾ, ਰਾਜਨੀਤਿਕ ਬਣ ਜਾਣਾ, ਧਨਵਾਨ ਬਣ ਜਾਣਾ, ਉਸ ਤੋਂ ਵੀ ਕਰੋੜਾਂ ਗੁਣਾ ਔਖਾ ਹੈ ਭਗਤ ਬਣ ਜਾਣਾ। ਇਹ ਵੀ ਮੈਂ ਅਰਜ਼ ਕਰਾਂ। ਔਰ ਸਾਹਿਬ ਕਹਿੰਦੇ ਪਏ ਨੇ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਗਤ ਸਿਰਮੌਰ, ਭਗਤ ਭਗਵਾਨ ਦਾ ਰੂਪ ਹੋ ਜਾਂਦਾ ਹੈ। ਉਹ ਬੂੰਦ ਨਹੀਂ ਰਹਿ ਜਾਂਦੀ, ਸਾਗਰ ਹੋ ਜਾਂਦੀ ਹੈ। ਜੋ ਇਸ਼ਟ ਨੂੰ ਮੰਨ ਕੇ ਉੱਥੇ ਹੀ ਰੁਕ ਗਿਆ ਤਾਂ ਮਹਾਰਾਜ ਕਹਿੰਦੇ ਨੇ ਇਸ਼ਟ ਮਾਇਆ ਬਣ ਗਈ।